Hey, what's up, students? It's me, Narayan Singh Pannu from 1D Study Circle. ਸੋ ਮੈਂ ਅੱਜ ਆਪਣੇ ਲੈਕਚਰ ਦੇ ਵਿੱਚ ਤੁਹਾਨੂੰ ਰਾਈਟਿੰਗ ਬਾਰੇ ਕੁਝ ਦੱਸਣ ਜਾ ਰਿਹਾ। ਬਹੁਤ ਸਾਰੇ ਸਟੂਡੈਂਟ ਕਿ 7 ਬੈਂਡ ਲੈਣਾ ਚਾਹੁੰਦੇ ਆ ਰਾਈਟਿੰਗ ਦੇ ਵਿੱਚ, ਬਟ ਉਹਨਾਂ ਦੇ ਜਿਹੜੇ ਬੈਂਡ ਆ ਕਿਤੇ ਨਾ ਕਿਤੇ 5.5 ਜਾਂ 6 ਤੱਕ ਹੀ ਲਿਮਿਟਡ ਰਹਿ ਜਾਂਦੇ ਆ। ਜੇਕਰ ਉਹ 7 ਬੈਂਡ ਲੈਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਪਊਗਾ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਉਹਨਾਂ ਗੱਲਾਂ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਵਾਂ। ਫਸਟ ਆਫ ਆਲ ਗ੍ਰਾਮਰ ਬਹੁਤ ਹੀ ਇੰਪੋਰਟੈਂਟ ਆ, ਇਹ ਨੀਂਹ ਆ। ਜੇਕਰ ਆਪਾਂ ਗੱਲ ਕਰੀਏ ਆਇਲਸ ਦੀ, ਗ੍ਰਾਮਰ ਦੇ ਨਾਲ ਵੋਕੈਬਲਰੀ ਵੀ, ਇਹਦੇ ਨਾਲ ਕੋਹਰੈਂਟ ਐਂਡ ਕੋਹੀਜ਼ਨ ਦੀ ਵੀ ਗੱਲ ਕੀਤੀ ਜਾਊਗੀ। ਜੇਕਰ ਮੈਂ ਗੱਲ ਕਰਾਂ, ਤੁਹਾਡੇ ਸਾਹਮਣੇ ਮੈਂ ਅੱਜ 2 BPs ਲੈ ਕੇ ਆਇਆ, 2 ਬੋਡੀ ਪੈਰਾਗ੍ਰਾਫਸ, ਤੇ ਆਪਾਂ ਇਹਦੇ ਵਿੱਚ ਇਹ ਵੇਖਾਂਗੇ ਵੀ ਇੱਕ ਬੋਡੀ ਪੈਰਾਗ੍ਰਾਫ ਦੇ 4 ਬੈਂਡ ਹੋਣਗੇ, ਇੱਕ ਦੇ 8 ਹੋਣਗੇ। ਕਿਉਂ ਹੋਣਗੇ ਉਹਦੇ ਪਿੱਛੇ ਇੱਕ ਸੋਲਿਡ ਰੀਜ਼ਨ ਹੋਊਗਾ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ। ਇਹਦੇ ਵਿੱਚ ਇਹ ਨਹੀਂ ਹੋਊਗਾ ਕੋਈ ਆਪਦੇ ਵੱਲੋਂ ਹੀ ਮੈਂ ਕੋਈ ਬੋਡੀ ਪੈਰਾਗ੍ਰਾਫ ਲਿਖੂੰਗਾ ਜਾਂ ਮੈਂ ਆਪਦੇ ਵੱਲੋਂ ਨੂੰ ਬੈਂਡ ਰਿਵਾਰਡ ਕਰੂੰਗਾ, ਨਹੀਂ। ਕਿਉਂਕਿ ਆਇਲਸ ਦਾ ਇੱਕ ਪੈਰਾਮੀਟਰ ਹੈ ਜਿਹੜਾ ਆਪਾਂ ਨੂੰ ਫੋਲੋ ਕਰਨਾ ਪਊਗਾ, ਇਹਦਾ ਇੱਕ ਕ੍ਰਾਈਟੇਰੀਆ ਹੈ। ਆਇਲਸ ਦਾ ਕੋਈ ਸਿਲੇਬਸ ਤਾਂ ਨਹੀਂ ਹੈ, ਬਟ ਇਹਦਾ ਕ੍ਰਾਈਟੇਰੀਆ ਹੈ। ਜੇਕਰ ਮੈਂ ਗੱਲ ਕਰਾਂ ਬੈਂਡ ਡਿਸਕ੍ਰਿਪਟਰ ਦੀ, ਤਾਂ ਪਬਲਿਕ ਬੈਂਡ ਡਿਸਕ੍ਰਿਪਟਰ ऑफिशियल IDP ਦੀ ਵੈਬਸਾਈਟ ਤੇ ਆਪਾਂ ਨੂੰ ਮਿਲ ਸਕਦਾ ਹੈ। ਉਹਦੀ ਸਹਾਇਤਾ ਦੇ ਨਾਲ ਆਪਾਂ ਆਪਣੀ ਰਾਈਟਿੰਗ ਖੁਦ ਚੈੱਕ ਕਰ ਸਕਦੇ ਹਾਂ ਵੀ ਸਾਡਾ ਜਿਹੜਾ ਲੈਵਲ ਆ ਕੀ ਉਹ 7 ਵਾਲਾ ਹੈ, 8 ਵਾਲਾ ਹੈ ਜਾਂ 5 ਵਾਲਾ ਹੈ। ਕਿਉਂਕਿ ਉਹਦੀ ਸਹਾਇਤਾ ਦੇ ਨਾਲ ਹੀ ਜਿਹੜਾ ਐਗਜ਼ਾਮੀਨਰ ਆ ਉਹਨੇ ਬੈਂਡ ਬੱਚੇ ਨੂੰ ਰਿਵਾਰਡ ਕਰਨੇ ਹੁੰਦੇ ਆ। ਸੋ ਬਹੁਤ ਸਾਰੇ ਬੱਚੇ ਆਪਦੀ ਮਰਜ਼ੀ ਦੇ ਨਾਲ ਇਨਐਪਰੋਪ੍ਰੀਏਟ ਵੋਕੈਬਲਰੀ, ਇਨਐਪਰੋਪ੍ਰੀਏਟ ਸੈਂਟੈਂਸ ਬਣਾਉਂਦੇ ਆ, ਟਰਾਈ ਕਰਦੇ ਆ ਕੰਪਲੈਕਸ ਸੈਂਟੈਂਸ ਬਣਾਉਣ ਦੀ, ਬਟ ਉਹ ਬਣਦੇ ਗਲਤ ਆ। ਇਹਦੇ ਵਿੱਚ ਵੀ ਉਹਨਾਂ ਦੇ ਬੈਂਡ ਚੰਗੇ ਨਹੀਂ ਆ ਸਕਦੇ। ਤੁਹਾਡੇ ਜਿਹੜੇ ਸੈਂਟੈਂਸ ਆ ਉਹ ਐਰਰ ਫ੍ਰੀ ਹੋਣੇ ਚਾਹੀਦੇ ਆ। ਐਰਰ ਫ੍ਰੀ ਦੇ ਹੋਣ ਦੇ ਨਾਲ ਨਾਲ ਸੈਂਟੈਂਸ ਕੰਪਲੈਕਸ ਵੀ ਹੋਣੇ ਚਾਹੀਦੇ ਆ ਜੇਕਰ ਉਹ ਚੰਗੇ ਬੈਂਡ ਪ੍ਰਾਪਤ ਕਰਨਾ ਚਾਹੁੰਦੇ ਆ। ਸੋ ਅੱਜ ਦੀ ਇਸ ਕਲਾਸ ਦੇ ਵਿੱਚ ਬਹੁਤ ਹੀ ਕਲਾਸ ਇੰਟਰਸਟਿੰਗ ਹੋਵੇਗੀ ਤੁਹਾਡੇ ਲਈ। ਮੈਂ ਕੁਝ ਗੱਲਾਂ ਸਾਂਝੀਆਂ ਕਰਨਾ ਚਾਹਣਾ। ਫਸਟ ਆਫ ਆਲ ਆਪਾਂ ਵੇਖਦੇ ਹਾਂ, ਤੁਸੀਂ ਵੇਖ ਲਓ ਵਾਈਟ ਬੋਰਡ ਦੇ ਉੱਪਰ 2 ਮੈਂ ਬੋਡੀ ਪੈਰਾਗ੍ਰਾਫ ਲਿਖੇ ਹੋਏ ਆ ਵੀ ਇੱਕ ਸਟੂਡੈਂਟ A ਮੰਨਦੇ ਆ, ਇੱਕ ਸਟੂਡੈਂਟ B ਮੰਨਦੇ ਆ, ਇੱਕ A ਸਟੂਡੈਂਟ ਆ, ਇੱਕ B ਸਟੂਡੈਂਟ ਆ। ਦੋਵਾਂ ਦੇ ਬੈਂਡ ਕਿੰਨੇ ਆਉਣਗੇ? ਜੇਕਰ ਆਪਾਂ ਸਟੈਂਡਰਡ ਦੀ ਗੱਲ ਕਰੀਏ, ਪੈਰਾਮੀਟਰ ਦੀ ਗੱਲ ਕਰੀਏ, IDP ਬ੍ਰਿਟਿਸ਼ ਕਾਉਂਸਲ ਦੀਆਂ ਗਾਈਡਲਾਈਨਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਜੇਕਰ ਇਹ ਲੈਕਚਰ ਦੀ ਗੱਲ ਕਰਾਂਗੇ ਤਾਂ ਹੋ ਸਕਦਾ ਵੀ ਕਿਤੇ ਨਾ ਕਿਤੇ 100 ਚੋਂ ਕੁਝ ਪਰਸੈਂਟ ਤੁਹਾਡੇ ਲਈ ਇਹ ਲੈਕਚਰ ਲਾਹੇਵੰਦ ਹੋਵੇ ਤੇ ਤੁਸੀਂ ਚੰਗੇ ਬੈਂਡ ਪ੍ਰਾਪਤ ਕਰ ਲਓ। ਚਲੋ ਜੀ ਚੱਲਦੇ ਹਾਂ, ਅੱਜ ਦੀ ਕਲਾਸ ਦੇ ਵਿੱਚ ਆਪਾਂ ਸ਼ੁਰੂ ਕਰਦੇ ਹਾਂ। ਤੁਹਾਡੇ ਸਾਹਮਣੇ ਆ ਸੈਂਟੈਂਸ ਲਿਖਿਆ ਹੋਇਆ, ਮੈਨੀ ਪੀਪਲ ਟਰੈਵਲ ਟੂ ਵਰਕ ਬਾਏ ਕਾਰ, ਫੁੱਲ ਸਟਾਪ। ਸਿੰਪਲ ਸੈਂਟੈਂਸ, ਕੋਈ ਐਰਰ ਨਹੀਂ, 1% ਵੀ ਇਹਦੇ ਵਿੱਚ ਐਰਰ ਨਹੀਂ। ਮੈਨੀ ਪੀਪਲ ਟਰੈਵਲ ਟੂ ਵਰਕ ਬਾਏ ਕਾਰ, ਹਾਂਜੀ ਲੋਕ ਜਿਹੜੇ ਜਾਂਦੇ ਆ ਕੰਮ ਤੇ ਜਾਂਦੇ ਆ, ਕਿਹਦੇ ਦੁਆਰਾ ਜਾਂਦੇ ਆ? ਕਾਰ ਦੇ ਦੁਆਰਾ ਜਾਂਦੇ ਆ। ਸਿੰਪਲ ਸੈਂਟੈਂਸ ਆ, ਓਕੇ ਸਹੀ ਆ। ਅੱਗੇ ਕੀ ਕਹਿੰਦੇ ਆ? ਦੇ ਟਰੈਵਲ ਬਾਈ ਕਾਰ ਬਿਕੋਜ਼ ਇਟ ਇਜ਼ ਕੁਇਕ ਐਂਡ ਕਨਵੀਨੀਅੰਟ। ਦੂਜਾ ਸੈਂਟੈਂਸ ਵੀ ਐਰਰ 1% ਵੀ ਨਹੀਂ ਆ। ਤੁਸੀਂ ਦੇਖ ਸਕਦੇ ਹੋ ਆਰਟੀਕਲ ਦੀ ਕੋਈ ਮਿਸਟੇਕ ਨਹੀਂ ਆ, ਸਬਜੈਕਟ ਵਰਬ ਐਗਰੀਮੈਂਟ ਦੀ ਕੋਈ ਮਿਸਟੇਕ ਨਹੀਂ ਆ, ਵਰਡ ਰਿਡੰਡੈਂਸੀ ਕੋਈ ਨਹੀਂ ਹੈ। ਪਰ ਫਿਰ ਵੀ ਕਿਤੇ ਨਾ ਕਿਤੇ ਆਪਾਂ ਐਂਡ ਤੇ ਤੁਹਾਨੂੰ ਦੱਸਾਂਗੇ ਵੀ ਪ੍ਰੋਬਲਮ ਕੀ ਹੈ, ਕਿੱਥੇ ਹੈ। ਠੀਕ ਹੈ ਜੀ, ਅੱਗੇ ਚੱਲਦੇ ਆ। ਫਿਰ ਲਿਖਿਆ ਹੋਇਆ ਨੈਕਸਟ ਲਾਈਨ ਦੇ ਵਿੱਚ, number of cars should be limited in the city center next। ਠੀਕ ਹੈ ਜੀ, ਕਹਿੰਦੇ ਆ ਜਿਹੜੀਆਂ ਕਾਰਸ ਆ ਉਹਨਾਂ ਨੂੰ ਘਟਾਉਣਾ ਚਾਹੀਦਾ ਸ਼ਹਿਰ ਦੇ ਸਿਟੀ ਸੈਂਟਰ ਦੇ ਵਿੱਚ। ਓਕੇ, ਲਿਮਿਟਿੰਗ ਕਾਰ ਯੂਜ਼ ਵਿਲ ਰਿਡਿਊਸ 에ਅਰ ਪੋਲਿਊਸ਼ਨ। ਨੈਕਸਟ ਸਿੰਪਲ ਸੈਂਟੈਂਸ, ਫਿਰ ਇਹਦੇ ਨਾਲ ਕੀ ਹੋਊਗਾ ਜੀ? ਜੇਕਰ ਕਾਰਾਂ ਦੀ ਗਿਣਤੀ ਘਟ ਜੂਗੀ ਤਾਂ ਜਿਹੜਾ ਪੋਲਿਊਸ਼ਨ ਆ ਉਹ ਘਟ ਜਾਵੇਗਾ। ਨੈਕਸਟ ਹੈ ਜੀ, ਪੀਪਲ ਸ਼ੁੱਡ ਯੂਜ਼ ਪਬਲਿਕ ਟਰਾਂਸਪੋਰਟੇਸ਼ਨ। ਹਾਂਜੀ, ਲੋਕਾਂ ਨੂੰ ਜਿਹੜਾ ਪਬਲਿਕ ਟਰਾਂਸਪੋਰਟੇਸ਼ਨ ਯੂਜ਼ ਕਰਨਾ ਚਾਹੀਦਾ। ਪਬਲਿਕ ਟਰਾਂਸਪੋਰਟ, ਇਹਦੇ ਵਿੱਚ ਕੋਈ ਸਬਸਟੀਟਿਊਸ਼ਨ ਨਹੀਂ ਯੂਜ਼ ਕੀਤਾ, ਰੈਫਰੈਂਸਿੰਗ ਬਹੁਤ ਘੱਟ ਹੈ। ਠੀਕ ਹੈ ਜੀ, 9 ਬੈਂਡ ਦੇ ਕੋਹਰੈਂਟ ਐਂਡ ਕੋਹੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਰੈਫਰੈਂਸਿੰਗ ਹੁੰਦੀ ਹੈ, ਸਬਸਟੀਟਿਊਸ਼ਨ ਹੁੰਦੀ ਹੈ। ਸੋ ਆਪਾਂ ਵੇਖਦੇ ਹਾਂ ਰੈਫਰੈਂਟ ਕੀ ਹੁੰਦੇ ਆ। ਪਬਲਿਕ ਟਰਾਂਸਪੋਰਟ ਨੀਡਸ ਟੂ ਬੀ ਇੰਪਰੂਵਡ। ਹੁਣ ਇਹ ਸੁਜੈਸ਼ਨ ਦਿੰਦਾ ਪਿਆ ਹੈ ਨਾ ਜੀ, ਸੁਜੈਸ਼ਨ ਦਿੰਦਾ ਕੌਣ ਪਿਆ? ਰਾਈਟਰ। ਓਕੇ, ਤੇ ਇਹ ਆਪਣੇ ਵਿਚਾਰ ਕਿੱਥੋਂ ਤੱਕ ਪਹੁੰਚਾਉਂਦਾ ਪਿਆ? ਰੀਡਰ ਤੱਕ। ਰੀਡਰ ਤੋਂ ਭਾਵ ਕੀ ਹੈ? ਐਗਜ਼ਾਮੀਨਰ। ਠੀਕ ਹੈ ਜੀ, better and cheaper public transport will encourage people to use it। ਹਾਂਜੀ, ਜੇਕਰ ਟਰਾਂਸਪੋਰਟ ਚੰਗਾ ਹੋਊਗਾ ਤਾਂ ਲੋਕ ਕੀ ਹੋਣਗੇ? ਉਹਦੇ ਵੱਲ ਆਕਰਸ਼ਿਤ ਹੋਣਗੇ ਵੀ ਕੀ ਆਪਾਂ ਇਸ ਚੀਜ਼ ਨੂੰ ਯੂਜ਼ ਕਰੀਏ। ਹੁਣ
ਤੁਸੀਂ ਦੇਖ ਸਕਦੇ ਆ ਸਾਰੇ ਦੇ ਸਾਰੇ ਸੈਂਟੈਂਸ ਜਿੰਨੇ ਵੀ ਬਣਾਏ ਹੋਏ 5-6 ਸੈਂਟੈਂਸ ਤੁਸੀਂ ਵੇਖੋਗੇ ਸਿੰਪਲ ਬਣਾਏ ਆ, ਬਟ ਇਹਦੇ ਚ ਐਰਰ ਕੋਈ ਨਹੀਂ ਆ, ਕੋਈ ਐਰਰ ਨਹੀਂ ਆ। ਮੈਂ ਤੁਹਾਨੂੰ ਦੱਸਣਾ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਬੈਂਡ ਡਿਸਕ੍ਰਿਪਟਰ ਲਿਖ ਦੂੰਗਾ, ਤੁਸੀਂ ਪਲੀਜ਼ ਪੜ੍ਹ ਲਿਆ ਜੇ। ਮੈਂ ਆਪਦੇ ਕੋਲੋਂ ਕੋਈ ਗੱਲ ਨਹੀਂ ਕਰੂੰਗਾ, ਜਿਹੜੀ ਵੀ ਗੱਲ ਕੀਤੀ ਜਾਊਗੀ ਉਹ ਕੀ ਫੈਕਟ ਬੇਸਡ ਹੋਊਗੀ, ਆਪਦੇ ਕੋਲੋਂ ਕੋਈ ਗੱਲ ਨਹੀਂ ਕੀਤੀ ਜਾਊਗੀ। ਇਹਦੇ ਬੈਂਡ ਮੰਨ ਲਓ ਤੁਸੀਂ ਇੱਕ ਬੱਚਾ ਵਾ, ਲੈਟਸ ਸਪੋਜ਼ ਵੀ ਉਹ ਆਇਲਸ ਦਾ ਪੇਪਰ ਦੇਣ ਚੱਲਿਆ, ਉਹਨੇ ਇੱਕ ਵੀ ਗਲਤੀ ਨਹੀਂ ਕੀਤੀ, ਪਰ ਬੀਇੰਗ ਅ ਹਿਊਮਨ ਬੀਇੰਗ ਆਪਾਂ ਗਲਤੀਆਂ ਕਰਦੇ ਆ, ਮੈਂ ਵੀ ਕੋਈ ਵੀ ਪਰਫੈਕਟ ਨਹੀਂ ਹੈ, ਠੀਕ ਹੈ ਜੀ, ਕੋਈ ਗਲਤੀ ਨਹੀਂ ਕੀਤੀ, ਤਾਂ ਬੈਂਡ ਕਿੰਨੇ ਆਉਣਗੇ? ਜੇਕਰ ਅਸੀਂ ਕੋਈ ਵੀ ਗਲਤੀ ਨਾ ਕਰੀਏ ਬੈਂਡ ਕਿੰਨੇ ਆਉਣਗੇ? A ਸਟੂਡੈਂਟ ਮੈਂ ਤੁਹਾਨੂੰ ਕਿਹਾ ਸੀ, ਆ B ਸਟੂਡੈਂਟ ਆ, ਹਾਂਜੀ, ਇਹਦੇ ਬੈਂਡ ਐਗਜ਼ਾਮੀਨਰ ਕਿੰਨੇ ਦਊਗਾ? 4 ਦਊਗਾ ਜੀ, 4 ਬੈਂਡ ਦਊਗਾ। ਕਿਉਂ ਦਊਗਾ? 4 ਬੈਂਡ ਦੀ ਗ੍ਰਾਮਰ ਚੈੱਕ ਕਰ ਲਿਆ ਜੇ, ਮੈਂ ਗ੍ਰਾਮਰ ਦੀ ਗੱਲ ਕਰਨ ਦਿਆਂ, ਉਹਦੇ ਵਿੱਚ ਲਿਖਿਆ ਹੋਇਆ use very limited structure and use very rare subordinate clause। subordinate clause ਤੋਂ ਭਾਵ ਕੀ ਆ? although, but, yet, even though, ਠੀਕ ਹੈ ਜੀ, ਇਹਨਾਂ ਨੂੰ ਕੀ ਕਹਿੰਦੇ ਆ? subordinate clause। ਬਟ ਇਹਦੇ ਵਿੱਚ ਕੋਈ ਵੀ ਕਲੌਜ਼ ਨਹੀਂ ਲੱਗਾ ਹੋਇਆ, ਤਾਂ ਕਰਕੇ ਬੈਂਡ 4, ਭਾਵੇਂ ਕਿ ਸੈਂਟੈਂਸ ਸਾਰੇ ਸਹੀ ਆ ਫਿਰ ਵੀ 4 ਬੈਂਡ। ਇਹ ਲੌਜਿਕ ਆ, ਇਹ ਚੀਜ਼ ਜਿੱਦਣ ਸਮਝ ਆ ਗਈ ਬੱਚਿਆਂ ਦੇ ਬੈਂਡ ਆਟੋਮੈਟਿਕ ਹੀ 7 ਆ ਜਾਣੇ ਆ। ਹੁਣ ਥੱਲੇ ਚੱਲਦੇ ਆ, ਉੱਪਰ ਵਾਲੇ ਚ ਕੀ ਆ? ਵੋਕੈਬਲਰੀ ਜਿਹੜੀ ਆ ਉਹ ਬੜੀ ਹੀ ਲਿਮਟਿਡ ਆ, ਬਟ 7 ਬੈਂਡ ਦੀ ਵੋਕੈਬਲਰੀ 8 ਬੈਂਡ ਤੇ 9 ਬੈਂਡ ਦੀ ਵਿੱਚ ਫਰਕ ਕੀ ਹੁੰਦਾ? 6.5 ਤੱਕ ਬੱਚਾ ਯੂਜ਼ ਕਰਦਾ ਸਿਨੋਨਿਮਸ, ਪੀਪਲ, ਮਾਸਸ, ਹਿਊਮਨ ਬੀਇੰਗਸ, ਇੰਡੀਵਿਜੂਅਲਸ, ਡੈਨੀਜ਼ਨਸ, ਮੈਨਕਾਈਂਡ, ਇਹ ਉਹ ਜੋ ਵੀ ਯੂਜ਼ ਟੀਚਰਾਂ ਦੁਆਰਾ ਪੜ੍ਹਾਇਆ ਜਾਂਦਾ, ਬਟ ਬੈਂਡ ਉਹਨਾਂ ਦੇ ਕਦੀ ਰਾਈਟਿੰਗ ਚੈੱਕ ਕਰਿਆ ਜੇ ਕਿੰਨੇ ਹੋਣਗੇ? 6 ਜਾਂ ਮੈਕਸੀਮਮ ਤੋਂ ਮੈਕਸੀਮਮ 6.5 ਹੋਣਗੇ। ਬਟ ਮੈਂ ਹੁਣ ਗੱਲ ਕਰੀਏ ਨਾ ਵੀ 7 ਬੈਂਡ, ਜੇ ਕਿਸੇ ਬੱਚੇ ਨੂੰ 7 ਬੈਂਡ ਚਾਹੀਦੇ ਆ ਤੇ ਆਉਣਗੇ ਕਿਵੇਂ? ਠੀਕ ਹੈ ਜੀ, 7 ਬੈਂਡ ਆਉਣਗੇ ਇਸ ਤਰੀਕੇ ਦੇ ਨਾਲ ਜੇ ਆਪਾਂ ਪੈਰਾਮੀਟਰ ਨੂੰ ਫੋਲੋ ਕਰੀਏ ਜੀ। ਓਕੇ, ਚੱਲਦੇ ਆ, ਹੁਣ ਮੈਂ ਦੱਸੂਗਾ ਕੀ ਆ B ਸਟੂਡੈਂਟ ਦੇ ਚੰਗੇ ਬੈਂਡ ਕਿਉਂ ਆਉਣਗੇ। ਆਈ ਮੀਨ ਟੂ ਸੇ ਦੈਟ 8 ਬੈਂਡ ਕਿਵੇਂ ਆਉਣਗੇ? ਇਹਦੇ 4 ਤੇ ਇਹਦੇ 8, ਅੱਧੋ-ਅੱਧੀ ਦਾ ਫਰਕ ਹੋ ਗਿਆ। ਕਿਵੇਂ ਹੋ ਗਿਆ? ਤੁਹਾਡੇ ਸਾਹਮਣੇ ਮੈਨੀ ਪੀਪਲ ਕਮਿਊਟ। ਹੁਣ ਫਸਟ ਜਿਹੜਾ ਐਗਜ਼ਾਮੀਨਰ ਵੇਖੂਗਾ, ਬੱਚੇ ਨੇ ਜਿਹੜਾ ਵਰਡ ਹੈ ਕਮਿਊਟ ਲਿਖਿਆ ਹੋਇਆ, ਉੱਪਰ ਕੀ ਆ? ਟਰੈਵਲ ਲਿਖਿਆ ਹੋਇਆ। ਹੁਣ 7 ਬੈਂਡ ਦੀ ਵੋਕੈਬਲਰੀ ਦੇ ਵਿੱਚ ਕੀ ਲਿਖਿਆ ਹੁੰਦਾ? ਯੂਜ਼ ਲੈਸ ਕਾਮਨ ਵੋਕੈਬਲਰੀ। ਲੈਸ ਕਾਮਨ ਤੋਂ ਭਾਵ ਕੀ ਆ? ਮੰਨ ਲਓ ਐਗਜ਼ਾਮ ਦੇ ਵਿੱਚ 100 ਜਣਾ ਬੈਠਾ ਹੋਇਆ, 90 ਬੱਚੇ ਲਿਖਦੇ ਪਏ ਆ ਜੀ ਟਰੈਵਲ ਤੇ 10 ਬੱਚੇ ਕਮਿਊਟ ਲਿਖਦੇ ਪਏ ਆ। ਕਮਿਊਟ ਕੀ ਆ? ਇਹ ਵਰਡ ਜਿਹੜਾ ਲੈਸ ਕਾਮਨ ਹੋ ਜਾਊਗਾ, ਇਹਦੇ ਬੈਂਡ ਜ਼ਿਆਦੇ ਆਉਣਗੇ। ਟਰੈਵਲ ਵਰਡ ਜਿਹੜਾ ਕਾਮਨ ਹੋ ਗਿਆ, ਕਮਿਊਟ ਵਰਡ ਕੀ ਹੋ ਗਿਆ? ਲੈਸ ਕਾਮਨ ਹੋ ਗਿਆ। ਇਹ ਫਰਕ ਜਿੱਦਣ ਸਮਝ ਆ ਗਿਆ ਵੋਕੈਬਲਰੀ ਦੇ ਵਿੱਚ ਤੇ ਗ੍ਰਾਮਰ ਦੀ ਰੇਂਜ ਦੇ ਵਿੱਚ, ਉਦੋਂ ਹੀ ਆਪਾਂ ਕਾਮਯਾਬ ਹੋ ਜਾਾਂਗੇ ਰਾਈਟਿੰਗ ਦੇ ਵਿੱਚ। ਚੱਲਦੇ ਅੱਗੇ ਜੀ। ਮੈਨੀ ਪੀਪਲ ਕਮਿਊਟ ਟੂ ਵਰਕ ਬਾਈ ਕਾਰ। ਓਕੇ, ਰੁਕਣਾ ਨਹੀਂ। ਹੁਣ ਉੱਪਰ ਕੀ ਕਹਿੰਦੇ ਆ? ਮੈਨੀ ਪੀਪਲ ਟਰੈਵਲ ਟੂ ਵਰਕ ਬਾਈ ਕਾਰ। ਆਪਾਂ ਕੀ ਬਿੰਦੀ ਲਾਈ ਹੋਈ ਹੈ, ਪੰਕਚੁਏਸ਼ਨ ਧਿਆਨ ਰੱਖਣਾ, ਇਹਦੇ ਕਾਰ ਤੋਂ ਬਾਅਦ ਆਪਾਂ ਸੈਂਟੈਂਸ ਰੋਕਤਾ। ਬਟ B ਸਟੂਡੈਂਟ ਨੇ ਕੀ ਕੀਤਾ? ਤੁਹਾਡੇ ਸਾਹਮਣੇ ਆ, ਮੈਨੀ ਪੀਪਲ ਕਮਿਊਟ ਟੂ ਵਰਕ ਬਾਈ ਕਾਰ। ਹੁਣ ਇੱਕ ਸੋਲਿਡ ਰੀਜ਼ਨ ਦੱਸਦਾ ਪਿਆ। ਮੈਂ ਤੁਹਾਨੂੰ ਕਿਹਾ ਨਾ ਸਬਆਰਡੀਨੇਟ ਕਲੌਜ਼ ਉੱਪਰਲੇ ਨੇ ਨਹੀਂ ਯੂਜ਼ ਕੀਤਾ, ਉਹਦੇ 4 ਬੈਂਡ ਆ, ਤੇ ਨੀਚੇ ਵਾਲੇ ਬੱਚੇ ਨੇ ਜਿਹੜੇ ਕਲੌਜ਼ ਆ ਯੂਜ਼ ਕੀਤੇ ਆ। ਕਿਵੇਂ ਕੀਤੇ ਆ? ਤੁਹਾਡੇ ਸਾਹਮਣੇ ਆ ਜੀ, ਵੇਖੋ। ਸਿੰਪਲੀ ਬਿਕੋਜ਼ ਤੁਹਾਡੇ ਸਾਹਮਣੇ ਆ ਲਿਖਿਆ ਹੋਇਆ, ਸਿੰਪਲੀ ਬਿਕੋਜ਼, ਜਾਣੀ ਕਿ ਤੁਸੀਂ ਇੱਕ ਰੀਜ਼ਨ ਦੱਸਦੇ ਪਏ ਆ, ਵੀ ਜਿਹੜਾ ਲੋਕ ਆ ਉਹ ਕਮਿਊਟ ਕਰਦੇ ਆ, ਹਨਾ ਜੀ, ਕਾਹਦੇ ਦੁਆਰਾ? ਕਾਰ ਦੇ ਦੁਆਰਾ। ਤੇ ਜਾਂਦੇ ਕਿੱਥੇ ਆ? ਆਪਣੇ ਕੰਮ ਤੇ ਜਾਂਦੇ ਪਏ ਆ। ਫਿਰ ਆਪਾਂ ਉਹਦੀ ਇੱਕ ਵਜ੍ਹਾ ਦੱਸਦੇ ਆ, ਰੀਜ਼ਨ ਦੱਸਦੇ ਪਏ ਆ ਵੀ ਇਹਦੇ ਪਿੱਛੇ ਰੀਜ਼ਨ ਕੀ ਹੈ। ਤੁਹਾਡੇ ਸਾਹਮਣੇ ਆ, ਸਿੰਪਲੀ ਬਿਕੋਜ਼ ਇਟ ਇਜ਼ ਅ ਕੁਇਕ ਐਂਡ ਕਨਵੀਨੀਅੰਟ ਵੇ ਟੂ ਟਰੈਵਲ। ਹੁਣ ਮੈਂ ਹਾਈਲਾਈਟ ਕਰਨ ਲੱਗਾ, ਆ ਕੁਇਕ ਐਂਡ ਕਨਵੀਨੀਅੰਟ ਵੇ ਟੂ ਟਰੈਵਲ। ਹੁਣ ਮੈਂ ਤੁਹਾਨੂੰ ਕਹਿਣਾ ਚਾਹਣਾ 7 ਬੈਂਡ ਦੀ ਵੋਕੈਬਲਰੀ ਦੇ ਵਿੱਚ ਸਿਨੋਨਿਮਸ ਨਹੀਂ ਹੋਣਗੇ, 7 ਬੈਂਡ ਦੀ ਵੋਕੈਬਲਰੀ ਦੇ ਵਿੱਚ ਕੋਲੋਕੇਸ਼ਨਸ ਹੋਣਗੀਆਂ। ਮੈਂ ਆਪਦੇ ਕੋਲੋਂ ਨਹੀਂ ਕਹਿੰਦਾ, ਜਾ ਕੇ ਇੰਟਰਨੈਟ ਤੇ ਸਾਰੇ ਜਣਿਆਂ ਨੇ ਕੀ ਬੈਂਡ ਡਿਸਕ੍ਰਿਪਟਰ ਪੜ੍ਹਨਾ ਜੇ, ਉਹਦੇ ਵਿੱਚ ਲਿਖਿਆ ਹੋਊਗਾ, ਠੀਕ ਹੈ ਜੀ। ਬੱਚੇ ਨੇ ਕੋਲੋਕੇਸ਼ਨ ਯੂਜ਼ ਕੀਤੀਆਂ ਹੋਈਆਂ, ਉਹਨੂੰ
ਥੋੜਾ ਜਿਹਾ ਕੋਲੋਕੇਸ਼ਨ ਦਾ ਜਿਹੜਾ ਸਟਾਈਲ ਆ ਉਹਦੇ ਬਾਰੇ ਉਹ ਅਵੇਅਰ ਹੈਗਾ ਆ, ਬਟ 6 ਬੈਂਡ ਚ ਸਿਨੋਨਿਮਸ ਯੂਜ਼ ਕੀਤੇ ਹੋਣਗੇ, ਫੈਂਸੀ ਵਰਡ, ਸੋਫਿਸਟੀਕੇਟਡ ਵਰਡ, C2 ਲੈਵਲ ਦੇ ਵਰਡ, ਕ੍ਰੈਮ ਕੀਤੀ ਹੋਈ ਲੈਂਗੁਏਜ। ਭਾਸ਼ਾ ਜਿੰਨੀ ਸਰਲ ਅਤੇ ਨਿਪੁੰਨ ਹੋਊਗੀ ਉਨੇ ਹੀ ਤੁਹਾਡੀ ਪ੍ਰਤਿਭਾ ਦੇ ਵਿੱਚ ਨਿਖਾਰ ਹੋਊਗਾ। ਪ੍ਰਤਿਭਾ ਤੋਂ ਭਾਵ ਤੁਹਾਡੀ ਰਾਈਟਿੰਗ, ਤੁਸੀਂ ਆਪਣੇ ਵਿਚਾਰ ਪ੍ਰਗਟ ਕਰਦੇ ਆ, ਲਿਖ ਕੇ ਜਾਂਦੇ ਕਿਹਦੇ ਦੁਆਰਾ ਜੀ, ਤੁਹਾਡੇ ਦੁਆਰਾ ਜਿਹੜੇ ਵਿਚਾਰ ਆ ਪਹੁੰਚਾਏ ਜਾਂਦੇ ਆ ਐਗਜ਼ਾਮੀਨਰ ਦੇ ਤੱਕ। ਜਿੰਨੇ ਕਲੀਅਰ ਹੋਣਗੇ, ਸਟ੍ਰੇਟ ਫਾਰਵਰਡ ਹੋਣਗੇ, ਉਨੇ ਹੀ ਬੈਂਡ ਜ਼ਿਆਦਾ ਆਉਣਗੇ। 100% ਮੈਂ ਤੁਹਾਨੂੰ ਸ਼ੋਰਟੀ ਦਿੰਦਾ, ਤੁਹਾਡੇ ਬੈਂਡ ਮੈਂ ਪਰਸਨਲੀ ਹੈਲਪ ਕਰੂੰਗਾ, ਕਿਉਂਕਿ ਕਈ ਵਾਰੀ ਬੱਚੇ ਨੂੰ ਹੁੰਦਾ ਵੀ ਰਾਈਟਿੰਗ ਦੇ ਵਿੱਚ 7 ਬੈਂਡ ਕਿਵੇਂ ਆਉਣਗੇ, ਤਾਂ ਮੈਂ ਪ੍ਰੋਫੈਸ਼ਨਲੀ ਉਹਨਾਂ ਨੂੰ ਇਹ ਸੁਜੈਸਟ ਕਰੂੰਗਾ ਵੀ ਤੁਸੀਂ ਇੱਕ ਵਾਰੀ ਬੈਂਡ ਡਿਸਕ੍ਰਿਪਟਰ ਨੂੰ ਜ਼ਰੂਰ ਨਿਗਾਹ ਮਾਰੋ, ਭਾਵੇਂ ਕਿ ਆਈਲੈਟਸ ਦਾ ਕੋਈ ਵੀ, ਕਹਿਣ ਤੋਂ ਭਾਵ ਇਹਦਾ ਕੋਈ ਸਿਲੇਬਸ ਤਾਂ ਨਹੀਂ ਹੁੰਦਾ, ਬਟ ਇਹਦਾ ਕ੍ਰਾਈਟੀਰੀਆ ਹੁੰਦਾ ਹੈ, ਉਹਨੂੰ ਆਪਾਂ ਨੂੰ ਫੋਲੋ ਕਰਨਾ ਪਊਗਾ। ਚੱਲਦੇ ਹਾਂ ਜੀ, ਮੈਂ ਥੋੜਾ ਜਿਹਾ ਆਫ ਟੌਪਿਕ ਹੋ ਗਿਆ, ਬਟ ਮੈਨੂੰ ਲੱਗਦਾ ਸੀ ਇਹ ਵੀ ਗੱਲ ਦੱਸਣੀ ਜ਼ਰੂਰੀ ਹੈ। ਅੱਗੇ ਚੱਲਦੇ ਹਾਂ। ਆ ਕੁਇਕ ਐਂਡ ਕਨਵੀਨੀਅੰਟ ਵੇ ਟੂ ਟਰੈਵਲ ਇੱਕ ਫਰੇਜ਼ ਆ, ਜਦੋਂ 2 ਤੋਂ 3 ਸ਼ਬਦ ਇਕੱਠੇ ਜਾਣ ਨਾ, ਇਕੱਠੇ ਜਾਣ, ਉਹਨੂੰ ਕੀ ਕਹਿੰਦੇ ਆ? ਕੋਲੋਕੇਸ਼ਨ। ਓਕੇ, ਵੈਨ ਦ ਸੈਟ ਆਫ ਵਰਡ ਗੋ ਟੂਗੈਦਰ ਦੈਟ ਇਜ਼ ਕਾਲਡ ਕੋਲੋਕੇਸ਼ਨ। ਠੀਕ ਹੈ ਜੀ, ਸਰਲ ਭਾਸ਼ਾ ਦੇ ਵਿੱਚ। ਅੱਗੇ ਚੱਲਦੇ ਹਾਂ ਜੀ। ਪਹਿਲਾ ਸੈਂਟੈਂਸ ਬਣਾਇਆ ਕੰਪਾਊਂਡ, ਬਿਕੋਜ਼ ਦੇ ਨਾਲ ਸੈਂਟੈਂਸ ਕਿਹੜਾ ਬਣਦਾ ਵਾ ਜੀ? ਕੰਪਾਊਂਡ। ਧਿਆਨ ਦੇ ਵਿੱਚ ਰੱਖਣਾ ਵਾ, ਸਿੰਪਲੀ ਬਿਕੋਜ਼, ਕੱਲਾ ਬਿਕੋਜ਼ ਨਹੀਂ, ਸਿੰਪਲੀ ਬਿਕੋਜ਼। ਹੁਣ ਸਿੰਪਲੀ ਤੋਂ ਭਾਵ ਕੀ ਆ? ਆਪਾਂ ਜਿਹੜਾ ਸੈਂਟੈਂਸ ਆ ਇਹਦੇ ਤੇ ਐਮਫੈਸਿਸ ਦਿੰਨੇ ਪਏ ਆ। ਐਮਫੈਸਿਸ ਤੋਂ ਭਾਵ ਕੀ? ਜ਼ੋਰ ਦੇ ਕੇ ਕਿਸੇ ਨੂੰ ਕਹਿਣਾ, ਕੋਈ ਗੱਲ ਕਹਿਣਾ। ਓਕੇ, ਸਿੰਪਲੀ ਬਿਕੋਜ਼ ਇਟ ਇਜ਼ ਅ ਕੁਇਕ ਐਂਡ ਕਨਵੀਨੀਅੰਟ ਵੇ ਟੂ ਟਰੈਵਲ। ਮੇਰਾ ਜਿਹੜਾ ਟੌਪਿਕ ਸੈਂਟੈਂਸ ਸੀ ਤੁਹਾਡੇ ਸਾਹਮਣੇ ਇਹ ਹੈ। ਫਸਟ ਲਾਈਨ ਨੂੰ ਕੀ ਕਵਾਂਗੇ? ਟੌਪਿਕ ਸੈਂਟੈਂਸ ਕਵਾਂਗੇ ਨਾ। ਟੌਪਿਕ ਸੈਂਟੈਂਸ ਦੇ 9 ਬੈਂਡ ਹੋਣਗੇ। 9 ਬੈਂਡ ਇਹ ਜਿਹੜਾ ਟੌਪਿਕ ਸੈਂਟੈਂਸ ਆ, ਟਾਸਕ ਅਚੀਵਮੈਂਟ ਦੇ ਵਿੱਚ ਤਾਂ ਆਪਣੀ ਮਦਦ ਕਰੂਗਾ ਹੀ ਕਰੂਗਾ, ਬਟ ਕੋਹੀਜ਼ਨ ਐਂਡ ਕੋਹਰੈਂਸ ਦੇ ਵਿੱਚ ਵੀ ਮਦਦ ਕਰੂਗਾ ਚੰਗੇ ਬੈਂਡ ਪ੍ਰਾਪਤ ਕਰਨ ਲਈ, ਕਿਉਂਕਿ ਉਹਨਾਂ ਦੇ ਵੀ 9 ਬੈਂਡ ਹੁੰਦੇ ਆ, ਉਹਨਾਂ ਦੀ ਵੇਟੇਜ ਵੀ ਇਕੁਅਲ ਹੀ ਹੋਊਗੀ। ਅੱਗੇ ਚੱਲਦੇ ਆ। ਓਕੇ, ਅਗਲਾ ਸੈਂਟੈਂਸ, ਮੇਕ ਸ਼ੋਰ ਵੀ ਤੁਹਾਨੂੰ ਪਹਿਲੀ ਲਾਈਨ ਸਮਝ ਆਈ ਹੋਊਗੀ। ਇੱਕ ਆਪਾਂ, ਠੀਕ ਹੈ ਜੀ, ਲਾਈਨ ਲਿਖੀ, ਅੱਗੇ ਉਹਦਾ ਸੋਲਿਡ ਰੀਜ਼ਨ ਦੱਸਿਆ, ਕਾਰਨ। ਠੀਕ ਹੈ ਜੀ, ਲੋਕ ਕਮਿਊਟ ਕਰਦੇ ਆ, ਠੀਕ ਹੈ ਜੀ, ਕਾਰਾਂ ਦੇ ਦੁਆਰਾ। ਕਿਉਂ ਕਰਦੇ ਆ? ਕਿਉਂਕਿ ਪੰਜਾਬੀ ਦੇ ਵਿੱਚ ਬਿਕੋਜ਼, ਕਿਉਂਕਿ ਇਟ ਇਜ਼ ਕੁਇਕ ਐਂਡ ਕਨਵੀਨੀਅੰਟ ਵੇ ਟੂ ਟਰੈਵਲ। ਓਕੇ, ਅੱਗੇ ਚੱਲਦੇ ਆ। ਨੈਕਸਟ ਸੈਂਟੈਂਸ, ਐਜ਼ ਕਾਰਸ ਪੋਲਿਊਟ ਦ ਏਅਰ। ਓਕੇ, ਹੁਣ ਮੈਂ ਹਾਈਲਾਈਟ ਕਰ ਦਿੰਦਾ, ਵਰਡ ਲਿਖਿਆ ਹੋਇਆ ਐਜ਼ ਦਾ ਮਤਲਬ ਹੁੰਦਾ ਜਿਵੇਂ ਕਿ ਪੰਜਾਬੀ ਦੇ ਵਿੱਚ, ਜਾਂ ਕਿਉਂਕਿ। ਓਕੇ, ਇਹ ਇੰਟਰਚੇਂਜੇਬਲ ਆ, ਬਿਕੋਜ਼, ਸਿੰਸ ਤੇ ਐਜ਼। ਓਕੇ, ਆਪਾਂ ਤਿੰਨੇ ਯੂਜ਼ ਕਰ ਸਕਦੇ ਆ। ਇਹ ਸਟੂਡੈਂਟ ਨੇ ਕੀ ਆ ਲਿਖਿਆ? ਦ ਨੰਬਰ ਆਫ ਕਾਰਸ ਸ਼ੁੱਡ ਬੀ ਲਿਮਟਡ। ਓਕੇ, ਉਸ ਤੋਂ ਪਹਿਲੀ ਲਾਈਨ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਕਾਰਸ ਕਾਜ਼ 에ਅਰ ਪੋਲਿਊਸ਼ਨ। ਕਾਰਾਂ ਕੀ ਪੋਲਿਊਸ਼ਨ ਕਰਦੀਆਂ, ਇਸ ਕਰਕੇ ਇਹਨਾਂ ਨੂੰ ਬੈਨ ਕਰ ਦੋ। ਠੀਕ ਹੈ ਜੀ, ਬਟ ਇਸ ਕਰਕੇ ਮੈਂ ਵਰਡ ਯੂਜ਼ ਕੀਤਾ, ਇਸ ਕਰਕੇ ਪੰਜਾਬੀ ਦੇ ਵਿੱਚ, ਬਟ ਇਸ ਕਰਕੇ ਇਹਨੂੰ ਅੰਗਰੇਜ਼ੀ ਦੇ ਵਿੱਚ ਆਪਾਂ ਕੀ ਕਵਾਂਗੇ? ਸੋ ਕਵਾਂਗੇ। ਸੋ ਦੇ ਨਾਲ ਸੈਂਟੈਂਸ ਕਿਹੜਾ ਬਣਦਾ? ਕੰਪਾਊਂਡ ਬਣਦਾ। ਅੱਗੇ ਚੱਲਦੇ ਆ। ਹੁਣ ਐਜ਼ ਲੱਗਾ, ਐਜ਼ ਦੇ ਨਾਲ ਸੈਂਟੈਂਸ ਕਿਹੜਾ ਬਣੂਗਾ? ਕੰਪਲੈਕਸ ਬਣੂਗਾ। ਧਿਆਨ ਦੇ ਵਿੱਚ ਰੱਖਣਾ ਆਪਾਂ। ਐਜ਼ ਜਿਵੇਂ ਕਿ ਕਾਰਸ ਪੋਲਿਊਟ ਦਾ ਏਅਰ। ਓਕੇ, ਕਾਰਾਂ ਦਾ ਜਿਹੜਾ ਪ੍ਰਦੂਸ਼ਣ ਆ, ਪ੍ਰਦੂਸ਼ਣ ਮਤਲਬ ਇਹਦੇ ਨਾਲ ਕੀ ਹੈ? ਕਿਤੇ ਨਾ ਕਿਤੇ ਵੱਧਦਾ ਆਪਣੇ ਵਾਤਾਵਰਨ ਦੇ ਵਿੱਚ। ਓਕੇ, ਚੱਲਦੇ ਆ। ਹੁਣ ਲੈਂਗੁਏਜ, ਵੋਕੈਬਲਰੀ ਵੀ ਉਨੀ ਇੰਪੋਰਟੈਂਟ ਆ ਜਿੰਨੀ ਕਿ ਗ੍ਰਾਮਰ ਆ। ਚੱਲਦੇ ਆ। ਵਿਦ ਕਾਰਬਨ ਅਮਿਸ਼ਨਸ, ਮੈਂ ਹਾਈਲਾਈਟ ਕਰਨ ਲੱਗਾ ਕੋਲੋਕੇਸ਼ਨ। ਵਿਦ ਕਾਰਬਨ ਅਮਿਸ਼ਨਸ, ਬੱਚੇ ਕੀ ਕਰਦੇ ਆ? ਪੋਲਿਊਸ਼ਨ ਕੀ ਆ? ਵੱਧ ਰਿਹਾ। ਪੋਲਿਊਸ਼ਨ ਵੱਧ ਰਿਹਾ ਜੀ। ਓਕੇ, ਵੱਧ ਰਿਹਾ ਐਟ ਅਲਾਰਮਿੰਗ ਰੇਟ। ਇਹ ਜਿਹੜੀ ਲੈਂਗੁਏਜ ਆ ਇਹ ਬੜੀ ਕਾਮਨ ਜੀ ਆ। ਹੁਣ ਇੱਕ ਬੱਚਾ ਲਿਖਦਾ ਪਿਆ ਐਜ਼ ਕਾਰਸ ਪੋਲਿਊਟ ਦਾ ਏਅਰ ਵਿਦ ਕਾਰਬਨ ਐਮਿਸ਼ਨਸ। ਵਿਦ ਕਾਰਬਨ ਐਮਿਸ਼ਨ ਤੋਂ ਭਾਵ ਕੀ ਆ? ਉਹਦੀ ਜਿਹੜੀ ਲੈਂਗੁਏਜ ਆ ਉਹ ਕਿਤੇ ਨਾ ਕਿਤੇ ਵਧੀਆ ਵਾ। 7 ਬੈਂਡ ਦੀ ਵੋਕੈਬਲਰੀ ਦੇ ਵਿੱਚ ਕੋਲੋਕੇਸ਼ਨ ਹੁੰਦੀਆਂ, ਜਿਵੇਂ ਵਿਦ ਕਾਰਬਨ ਐਮਿਸ਼ਨ। ਵਿਦ ਕੀ ਹੋ ਗਈ ਆ ਜੀ? ਪ੍ਰੈਪੋਜੀਸ਼ਨ ਹੋ ਗਈ ਆ ਸਰਲ ਭਾਸ਼ਾ ਦੇ ਵਿੱਚ, ਪ੍ਰੈਪੋਜੀਸ਼ਨ। ਤੇ ਵਿਦ ਤੋਂ ਬਾਅਦ ਕੀ ਆ? ਜਿਹੜਾ ਇੱਕ ਸ਼ਬਦ ਬਣਿਆ, ਸ਼ਬਦ ਜਿਹੜਾ ਲਿਖਿਆ ਹੋਇਆ ਕੀ ਆ? ਕਾਰਬਨ। ਕਾਰਬਨ ਤੋਂ ਬਾਅਦ ਮੈਂ ਐਮਿਸ਼ਨ ਲਿਖਿਆ, ਯਾਨੀ ਕਿ ਇੱਕ ਆ ਸ਼ਬਦ ਹੋ ਗਿਆ, ਇੱਕ ਆ ਸ਼ਬਦ, 2 ਸ਼ਬਦਾਂ ਦੇ ਜੋੜੇ ਬਣਾਤੇ। ਇਸ ਤੋਂ ਪਹਿਲਾਂ ਪ੍ਰੈਪੋਜੀਸ਼ਨ ਲੱਗੀ ਆ। ਇਹਨੂੰ ਕੀ ਕਹਿੰਦੇ ਆ? ਪ੍ਰੈਪੋਜੀਸ਼ਨਲ ਕਲੌਜ਼ ਕਹਿੰਦੇ ਆ।
ਰਾਈਟਿੰਗ ਦੇ ਵਿੱਚ ਨਾउन ਕਲੌਜ਼, ਐਡਵਰਬੀਅਲ ਕਲੌਜ਼, ਪ੍ਰੈਪੋਜੀਸ਼ਨਲ ਕਲੌਜ਼ ਦੀ ਬਹੁਤ ਜ਼ਿਆਦਾ ਕੀ ਮਹੱਤਤਾ ਹੈ, ਅਹਿਮੀਅਤ ਦਿੱਤੀ ਜਾਂਦੀ ਹੈ। ਇਹ ਨਹੀਂਗਾ ਤੁਸੀਂ ਅਲਦੋ ਲਾਉਣਾ, ਈਵਨ ਦੋ ਲਾਉਣਾ, ਯੈਟ ਲਾਉਣਾ, ਉਹਦੇ ਨਾਲ ਹੀ ਬੈਂਡ ਆਉਣਗੇ। ਕਿਤੇ ਨਾ ਕਿਤੇ ਪ੍ਰੈਪੋਜੀਸ਼ਨਲ ਕਲੌਜ਼ ਵੀ ਐਗਜ਼ਾਮੀਨਰ ਦੇ ਦੁਆਰਾ ਬੱਚੇ ਦੀ ਰਾਈਟਿੰਗ ਦੇ ਵਿੱਚ ਵੇਖਿਆ ਜਾਊਗਾ। ਐਜ਼ ਕਾਰਸ ਪੋਲਿਊਟ 에ਅਰ ਵਿਦ ਕਾਰਬਨ ਐਮਿਸ਼ਨਸ, ਹੁਣ ਆਪਾਂ ਨੂੰ ਵੀ ਪਤਾ ਜਿਹੜਾ ਕਾਰਾਂ ਦਾ ਜਿਹੜਾ ਧੂਆਂ ਬੜਾ ਹਾਨੀਕਾਰਕ ਹੁੰਦਾ এনवायरमेंट ਲਈ। ਓਕੇ, ਸੋ ਅਗਲੀ ਲਾਈਨ ਦੇ ਵਿੱਚ ਕੀ ਆ, ਆਪਾਂ ਰਿਜ਼ਲਟ ਆ ਮੈਂ ਹਾਈਲਾਈਟ ਕਰ ਦੇਣਾ, ਇੱਥੇ ਕੌਮਾ ਆ ਬੇਸਿਕਲੀ। ਅਗਲੀ ਲਾਈਨ ਦੇ ਵਿੱਚ ਆਪਾਂ ਕੀ ਇਹਦਾ ਰਿਜ਼ਲਟ ਕੱਢਣਾ। ਬੱਚਿਆਂ ਦੀ ਮਿਸਟੇਕ ਹੁੰਦੀ ਕੀ ਆ, ਓਕੇ, ਉਹ ਐਜ਼ ਲਾਤਾ, ਉਸ ਤੋਂ ਬਾਅਦ ਸਪੋਜ਼ ਕਰੋ ਇੱਥੇ ਉਹ ਸੋ ਵੀ ਲਾ ਦਿੰਦੇ ਆ, ਸੈਂਟੈਂਸ ਸਹੀ ਕੀਤਾ ਗਲਤ ਕਰ ਦਿੰਦੇ ਆ। ਮੇਰੀ ਇਹ ਬੇਨਤੀ ਆ ਵੀ ਤੁਸੀਂ ਕੌਮਾ ਲਾਉਣਾ ਵਾ, ਜੇ ਸਟਾਰਟਿੰਗ ਦੇ ਵਿੱਚ ਐਜ਼ ਲੱਗਾ ਨਾ, ਇੱਕ ਲਾਈਨ ਲਿਖਣ ਤੋਂ ਬਾਅਦ ਕੌਮਾ ਲਾਉਣਾ, ਅਗਲੀ ਲਾਈਨ ਦੇ ਵਿੱਚ ਉਹਦਾ ਰਿਜ਼ਲਟ ਕੱਢਣਾ। ਕੌਮੇ ਦਾ ਮਤਲਬ ਕੀ ਹੁੰਦਾ, ਸੋ। ਠੀਕ ਹੈ ਜੀ, ਅੱਗੇ ਚੱਲਦੇ ਆ। ਜਿਵੇਂ ਕਿ ਕਾਰਾਂ ਪ੍ਰਦੂਸ਼ਣ ਛੱਡਦੀਆਂ ਹਨ ਪੰਜਾਬੀ ਦੇ ਵਿੱਚ, ਕਿਉਂਕਿ ਮੈਂ ਪੰਜਾਬੀ 'ਚ ਤਾਂ ਬੋਲਣ ਲੱਗਾ ਅੱਜ, ਬਹੁਤ ਸਾਰੇ ਬੱਚੇ ਹੁੰਦੇ ਆ ਜਿਹੜੇ ਬਿਗਨਰ ਹੁੰਦੇ ਆ, ਜਿਹੜੇ ਕਈ ਵਾਰੀ ਇੰਗਲਿਸ਼ ਸਮਝਣ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ। ਸੋ ਮੈਨੂੰ ਲੱਗਦਾ ਵੀ ਜਿਹੜੀ ਨੇਟਿਵ ਲੈਂਗੁਏਜ ਆ ਇਹਦੇ ਵਿੱਚ ਮੈਂ ਆਪਦੇ ਆਪ ਨੂੰ ਜ਼ਿਆਦਾ ਐਕਸਪ੍ਰੈਸ ਕਰੂੰਗਾ ਤੇ ਉਹਨਾਂ ਤੱਕ ਮੇਰੇ ਵਿਚਾਰ ਬੜੇ ਹੀ ਚੰਗੇ ਤੇ ਸਪਸ਼ਟ ਤਰੀਕੇ ਦੇ ਨਾਲ ਪਹੁੰਚਣਗੇ। ਤਾਂ ਕਰਕੇ ਮੈਂ ਪੰਜਾਬੀ ਦੇ ਵਿੱਚ ਇਹ ਲੈਕਚਰ ਰੱਖਿਆ ਆ। ਸੋ ਚੱਲਦੇ ਆ ਜੀ ਅੱਗੇ। ਇਟ ਇਜ਼ ਐਡਵਾਈਜ਼ੇਬਲ, ਲੈਂਗੁਏਜ ਵੇਖਿਆ ਜੀ, ਇਟ ਇਜ਼ ਐਡਵਾਈਜ਼ੇਬਲ ਦੈਟ, ਓਕੇ, ਐਡਵਾਈਜ਼ੇਬਲ ਤੋਂ ਭਾਵ ਕੀ ਆ ਵੀ ਇਸ ਗੱਲ ਦੇ ਉੱਤੇ ਕੀ ਆ, ਜ਼ੋਰ ਦਿੱਤਾ ਜਾਂਦਾ ਹੈ, ਇਸ ਗੱਲ ਦੇ ਨੂੰ ਮੱਦੇਨਜ਼ਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਵਾ। ਐਡਵਾਈਜ਼ੇਬਲ ਤੋਂ ਮਤਲਬ ਸਲਾਹ ਦੇਣਾ ਕਿਸੇ ਨੂੰ। ਚੱਲਦੇ ਆ। ਦ ਨੰਬਰ ਆਫ ਵਹੀਕਲਸ, ਹੁਣ ਅਗਲੀ ਲੈਂਗੁਏਜ, ਦ ਨੰਬਰ ਆਫ ਵਹੀਕਲਸ, ਓਕੇ। ਹੁਣ ਅੰਗਰੇਜ਼ੀ ਭਾਸ਼ਾ ਇੱਕ ਐਵੇਂ ਦੀ ਭਾਸ਼ਾ ਜਿਹਦੇ ਵਿੱਚ ਕਿਤੇ ਨਾ ਕਿਤੇ ਗ੍ਰਾਮਰ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਆ। ਕਿਉਂ ਦਿੱਤੀ ਜਾਂਦੀ ਆ, ਭਾਸ਼ਾ ਜਿਹੜੀ ਮਰਜ਼ੀ ਹੋਵੇ ਗ੍ਰਾਮਰ 'ਚ ਅਹਿਮੀਅਤ ਦਿੱਤੀ ਜਾਂਦੀ ਆ। ਪੰਜਾਬੀ ਇੱਕ ਭਾਸ਼ਾ ਵਾ, ਮੈਂ ਪੰਜਾਬੀ ਬੋਲੀ ਜਾਂਦਾ, ਮੈਨੂੰ ਗ੍ਰਾਮਰ ਜਮਾ ਨਹੀਂ ਆਉਂਦੀ। ਆਪਾਂ ਨੂੰ ਬਟ ਪਤਾ ਹੁੰਦਾ ਵੀ ਕਿੱਥੇ ਆਪਾਂ ਗਲਤੀ ਕੀਤੀ ਆ, ਕਿੱਥੇ ਨਹੀਂ ਕੀਤੀ। ਕਿਉਂ? ਕਿਉਂਕਿ ਉਹ ਆਪਣੀ ਇੱਕ ਮਾਂ ਭਾਸ਼ਾ ਹੁੰਦੀ ਆ। ਸੋ ਅੰਗਰੇਜ਼ੀ ਆਪਣੀ ਕੀ ਨੇਟਿਵ ਲੈਂਗੁਏਜ ਨਹੀਂ ਆ, ਆਪਾਂ ਨੌਨ ਨੇਟਿਵ ਸਪੀਕਰ ਹੈਗੇ ਆ। ਸੋ ਕਿਹੜੀ ਗੱਲ ਦਾ ਧਿਆਨ ਰੱਖਣਾ ਪਊ, ਗ੍ਰਾਮਰ ਦਾ ਧਿਆਨ ਰੱਖਣਾ ਪਊਗਾ। ਸੋ ਅੱਗੇ ਚੱਲਦੇ ਆ ਜੀ। ਦ ਨੰਬਰ ਆਫ ਵਹੀਕਲ, ਇਹਨੂੰ ਕੀ ਕਹਿੰਦੇ ਆ, ਦਾ ਨੰਬਰ ਆਫ, ਇਹਨੂੰ ਕਹਿੰਦੇ ਆ ਡਿਟਰਮੀਨਰਸ। ਓਕੇ ਜੀ, ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਆ, ਡਿਟਰਮੀਨਰਸ। ਵਰਡ ਧਿਆਨ ਦੇ ਵਿੱਚ ਰੱਖਿਆ ਜੀ ਵੀ ਬੱਚੇ ਨੇ ਡਿਟਰਮੀਨਰ ਵੀ ਲਾਏ ਹੋਏ ਆਪਣੀ ਰਾਈਟਿੰਗ ਦੇ ਵਿੱਚ। ਅੱਗੇ ਚੱਲਦੇ ਆ। ਦ ਨੰਬਰ ਆਫ ਵਹੀਕਲ ਸ਼ੁੱਡ ਬੀ ਲਿਮਟਡ, ਅਗਲੀ ਲਾਈਨ ਦੇ ਵਿੱਚ ਆਪਾਂ ਰਿਜ਼ਲਟ ਕੱਢਿਆ ਹੋਇਆ ਵੀ ਜਿਹੜੇ ਆ ਕਾਰਾਂ ਵਾ ਪ੍ਰਦੂਸ਼ਣ ਕਰਦੀਆਂ ਵਾ। ਓਕੇ, ਇਸ ਕਰਕੇ ਜਿਹੜੀ ਨਸੀਹਤ ਦਿੱਤੀ ਜਾਂਦੀ ਹੈ, ਨੰਬਰ ਆਫ ਵਹੀਕਲ, ਜਿਹੜੇ ਵਹੀਕਲ ਆ ਉਹਨਾਂ ਨੂੰ ਕੀ ਲਿਮਿਟ ਕਰ ਦਿਓ। ਓਕੇ, ਫਿਰ ਕੌਮਾ ਲੱਗਾ ਹੋਇਆ ਵਾ, ਅੱਗੇ ਵਰਡ ਲਿਖਿਆ ਹੋਇਆ ਪਾਰਟਿਕੂਲਰਲੀ। ਮੈਂ ਅੱਗੇ ਵੀ ਕਿਹਾ ਸੀ ਐਮਫੈਸਿਸ ਦੇਣਾ, ਕਿਸੇ ਚੀਜ਼ ਉੱਪਰ ਐਮਫੈਸਿਸ ਦੇਣਾ, ਐਮਫੈਸਿਸ ਦਿੰਦਾ ਪਿਆ ਪਾਰਟਿਕੂਲਰਲੀ ਵਰਡ ਹੈਗਾ ਜਿਹੜਾ। ਪਾਰਟਿਕੂਲਰਲੀ ਇਨ ਸਿਟੀ ਸੈਂਟਰ, ਹੁਣ ਮੰਨ ਲਓ ਆਪਾਂ ਵੱਡੇ ਸ਼ਹਿਰਾਂ ਦੇ ਵਿੱਚ ਜਾਂਦੇ, ਵੱਡੇ ਸ਼ਹਿਰ ਮੈਟਰੋਪੋਲੀਟਨ ਸਿਟੀਜ਼, ਚੰਡੀਗੜ੍ਹ, ਲੁਧਿਆਣਾ, ਟੋਰਾਂਟੋ, ਉਹਦੇ ਵਿੱਚ ਸਿਟੀ ਸੈਂਟਰ ਹੋਊਗਾ ਵੱਡੇ ਸ਼ਹਿਰਾਂ ਦੇ ਵਿੱਚ। ਤੇ ਜਿਹੜਾ ਟ੍ਰੈਫਿਕ ਹੋਊਗਾ ਨਾ ਉੱਥੇ ਜ਼ਿਆਦਾ ਹੋਊਗਾ, ਕਿਉਂਕਿ ਕਾਰਾਂ ਜਾਂ ਬੱਸਿਸ ਜਾਂ ਕੋਈ ਵੀ ਪਬਲਿਕ ਪ੍ਰਾਈਵੇਟ ਟਰਾਂਸਪੋਰਟੇਸ਼ਨ ਸਿਸਟਮ ਜਿਹੜਾ ਉੱਥੇ ਜ਼ਿਆਦਾ ਵਰਤਿਆ ਜਾਊਗਾ। ਕਿਉਂਕਿ ਉਹ ਇੱਕ ਬਿਜ਼ੀ ਏਰੀਆ ਹੁੰਦਾ ਵਾ। ਤਾਂ ਕਰਕੇ ਹੁਣ ਜਿਹੜੀਆਂ ਕਾਰਾਂ ਵਾ, ਜਿਹੜੇ ਵਹੀਕਲ ਸ਼ੁੱਡ ਬੀ ਲਿਮਟਡ, ਹੋਣੇ ਚਾਹੀਦੇ ਆ ਜੀ। ਲਿਮਟ ਕਰ ਦਿਓ ਇਹਨਾਂ ਨੂੰ, ਨੋ ਡਾਊਟ ਕਰ ਦਿਓ, ਵਧੀਆ ਗੱਲ ਆ, ਬਟ ਕਰਨੇ ਕਿੱਥੇ ਆ, ਇਨ ਸਿਟੀ ਸੈਂਟਰਸ, ਸ਼ਹਿਰ ਦੇ ਮੱਧ ਦੇ ਵਿੱਚ ਕਰਨੇ ਆ। ਸੋ ਇਹ ਚੀਜ਼ ਦਾ ਧਿਆਨ ਰੱਖਣਾ ਨਾ। ਰਾਈਟਰ ਨੇ ਵੇਖੋ ਆਰਗੇਨਾਈਜੇਸ਼ਨ ਦੇ ਬੈਂਡ ਹੁੰਦੇ ਆ, ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾਂ, ਕਨੈਕਟਰ ਲਾਓ ਜੀ, ਵੱਧ ਤੋਂ ਵੱਧ ਲਾਓ, ਬਟ ਓਵਰ ਯੂਜ਼ ਨਾ ਕਰੋ ਉਹਨਾਂ ਦਾ। ਪਹਿਲੀ ਲਾਈਨ ਦੇ ਵਿੱਚ ਟੂ ਬਿਗਨ ਵਿਦ, ਮੋਰ ਓਵਰ, ਫਰਦਰ ਮੋਰ, ਇਟ ਕੈਨ ਬੀ ਕਲੀਅਰਲੀ ਸੀਨ ਦੈਟ, ਨਹੀਂ ਬੈਂਡ ਆਉਣੇ। ਕੋਹਰੈਂਟ ਐਂਡ ਕੋਹੀਜ਼ਨ ਦੇ ਵਿੱਚ ਚੰਗੇ ਬੈਂਡ ਨਹੀਂ ਆਉਣੇ। ਕਿਉਂ ਨਹੀਂ ਆਉਣੇ? ਬੈਂਡ ਡਿਸਕ੍ਰਿਪਟਰ ਇੱਕ ਵਾਰੀ ਜ਼ਰੂਰ ਪੜਿਆ ਜੇ, ਤੁਹਾਨੂੰ ਇਹ ਚੀਜ਼ ਦਾ ਕੀ ਆ ਆਨਸਰ ਮਿਲ ਜੂਗਾ। ਕਿਉਂਕਿ 9 ਬੈਂਡ ਦੇ ਕੋਹੀਜ਼ਨ ਤੇ ਕੋਹਰੈਂਸ ਦੇ ਵਿੱਚ ਉਹਨਾਂ ਨੇ ਕਲੀਅਰਲੀ ਮੈਂਸ਼ਨ ਕੀਤਾ ਹੋਇਆ, ਪੜ੍ਹ ਲਿਆ ਜੀ। ਓਕੇ, ਕਲੀਅਰਲੀ ਮੈਂਸ਼ਨ ਕੀਤਾ ਹੋਇਆ
it does not attract the attention of reader. Okay, use cohesion in such a way it does not attract the attention of reader। ਮੈਨੂੰ ਪਹਿਲੀ ਲਾਈਨ ਯਾਦ ਆ 9 ਬੈਂਡ ਵਾਲੀ ਕੋਹਰੈਂਟ ਐਂਡ ਕੋਹੀਜ਼ਨ ਦੇ ਵਿੱਚ ਇਹ ਹੁੰਦਾ ਵੀ ਤੁਸੀਂ ਕਨੈਕਟਰ ਇਸ ਤਰੀਕੇ ਨਾਲ ਯੂਜ਼ ਕਰਦੇ ਪਏ ਆ ਵੀ ਜਿਹੜਾ ਐਗਜ਼ਾਮੀਨਰ ਆ ਜਿਹੜਾ ਰੀਡਰ ਆ ਉਹਨੂੰ ਪਤਾ ਹੀ ਨਹੀਂ ਲੱਗਦਾ ਪਿਆ ਵੀ ਬੱਚੇ ਨੇ ਯੂਜ਼ ਕੀਤੇ ਆ ਕਿ ਨਹੀਂ ਕੀਤੇ। ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ। ਓਕੇ, ਅਗਲੀ ਲਾਈਨ ਦੇ ਵਿੱਚ ਆਪਾਂ ਮੂਵ ਕਰਦੇ ਹਾਂ ਜੀ। ਚਲੋ ਉੱਪਰਲੇ ਨੂੰ ਵੇਖ ਲਈਏ, ਇਹ ਸਟੂਡੈਂਟ ਕਿਤੇ ਗੁੱਸਾ ਹੀ ਨਾ ਕਰ ਜੇ ਵੀ ਮੈਨੂੰ ਪੁੱਛਿਆ ਹੀ ਨਹੀਂਗਾ। ਅੱਗੇ ਚੱਲਦੇ ਹਾਂ ਜੀ। ਓਕੇ, ਪੀਪਲ ਸ਼ੁੱਡ ਯੂਜ਼ ਪਬਲਿਕ ਟਰਾਂਸਪੋਰਟੇਸ਼ਨ। ਓਕੇ, ਨੈਕਸਟ ਲਾਈਨ ਆ ਸੁਜੈਸ਼ਨ ਦਿੰਦੇ ਪਏ ਆ ਵੀ ਉਹਨਾਂ ਨੂੰ ਜਿਹੜਾ ਪਬਲਿਕ ਟਰਾਂਸਪੋਰਟੇਸ਼ਨ ਯੂਜ਼ ਕਰਨਾ ਚਾਹੀਦਾ ਹੈ। ਓਕੇ, ਬੀ ਸਟੂਡੈਂਟ ਕੀ ਲਿਖਦਾ ਪਿਆ ਵਾ? ਓਕੇ, ਬਾਈ ਰਿਡਿਊਸਿੰਗ ਹਾਰਮਫੁਲ ਐਮਿਸ਼ਨਸ। ਰਿਡਿਊਸਿੰਗ ਹਾਰਮਫੁਲ ਐਮਿਸ਼ਨ। ਹੁਣ ਬਾਈ ਦੇ ਨਾਲ ਕਿਹੜਾ ਸੈਂਟੈਂਸ ਬਣੂਗਾ? ਕੰਪਾਊਂਡ ਸੈਂਟੈਂਸ ਬਣੂਗਾ। ਬਟ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ, ਵਰਬ ਰਿਡਿਊਸ ਤੋਂ ਕੀ ਬਣਿਆ? ਵਰਬ ਰਿਡਿਊਸ ਤੋਂ ਕੀ ਬਣੂਗਾ? ਰਿਡਿਊਸਿੰਗ। ਵਰਬ ਦੇ ਨਾਲ ਆਈਐਨਜੀ ਫਾਰਮ ਜਿਹਨੂੰ ਕਿ ਜਰੈਂਡ ਕਹਿ ਦਿੰਦੇ ਆ ਅੰਗਰੇਜ਼ੀ ਦੇ ਵਿੱਚ, ਬਾਈ ਤੋਂ ਬਾਅਦ ਕੀ ਲੱਗੂਗੀ? ਵਰਬ ਦੀ ਕਿਹੜੀ ਫਾਰਮ? ਜਰੈਂਡ ਫਾਰਮ ਲੱਗੂਗੀ। ਬਾਈ ਰਿਡਿਊਸਿੰਗ ਹਾਰਮਫੁਲ ਐਮਿਸ਼ਨਸ। ਜੇਕਰ ਆਪਾਂ ਜਿਹੜੀਆਂ ਗੰਦੀਆਂ ਗੈਸਸ ਆ ਉਹਨੂੰ ਘਟਾਵਾਂਗੇ, ਆ ਕੌਮਾ ਲੱਗਣਾ, ਅਗਲੀ ਲਾਈਨ 'ਚ ਇਹਦਾ ਕੀ ਹੋਊਗਾ? ਰਿਜ਼ਲਟ। ਮੈਂ ਅੱਗੇ ਵੀ ਦੱਸਿਆ ਅਗਲੀ ਲਾਈਨ ਦੇ ਵਿੱਚ ਆਪਾਂ ਇਹਦਾ ਨਤੀਜਾ ਕੱਢਣਾ। ਓਕੇ, 에ਅਰ ਪੋਲਿਊਸ਼ਨ ਕਾਮਨ ਵਰਡ ਆ। 에ਅਰ ਪੋਲਿਊਸ਼ਨ ਵਿਲ ਮੋਸਟ ਡੈਫੀਨੇਟਲੀ, ਕਰੋ ਚੈੱਕ ਗ੍ਰਾਮਰ ਜੀ, ਮੋਸਟ ਡੈਫੀਨੇਟਲੀ ਰਿਟਰਨ ਟੂ ਸੇਫਰ ਲੈਵਲਸ। ਹਾਈਲਾਈਟ ਕਰਨ ਲੱਗਾ, ਜਿਹੜਾ 에ਅਰ ਪੋਲਿਊਸ਼ਨ ਆ ਨਾ, ਮੋਸਟ ਡੈਫੀਨੇਟਲੀ ਵਿਲ ਵੀ ਲਾਇਆ, ਮੋਸਟ ਡੈਫੀਨੇਟਲੀ ਵੀ ਲਾਇਆ। ਠੀਕ ਹੈ ਜੀ, ਇਹ ਆਪਾਂ ਕੀ ਸੈਂਟੈਂਸ ਨੂੰ ਹੈਜ ਕਰਦੇ ਆ। ਵੇਖ ਲਿਆ ਜੇ ਹੈਜਿੰਗ ਹੁੰਦੀ ਕੀ ਆ, ਬਹੁਤ ਜ਼ਿਆਦੀ ਅਹਿਮੀਅਤ ਆ ਹੈਜਿੰਗ ਦੀ। ਕਿਸੇ ਦਿਨ ਮੈਂ ਲੈਕਚਰ ਰੱਖੂੰਗਾ ਹੈਜਿੰਗ ਹੁੰਦੀ ਕੀ, ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ, ਡੋਂਟ ਵਰੀ। ਮੋਸਟ ਡੈਫੀਨੇਟਲੀ ਰਿਟਰਨ ਟੂ ਸੇਫਰ ਲੈਵਲ। ਹੁਣ ਆਹ ਵਰਡ ਹੈ ਰਿਟਰਨ ਟੂ ਸੇਫਰ ਲੈਵਲਸ। ਮੈਂ ਇਹਨੂੰ ਹਾਈਲਾਈਟ ਕਰਨ ਲੱਗਾ। ਬੱਚੇ ਕੀ ਲਿਖ ਦਿੰਦੇ ਆ? ਓਕੇ, 에ਅਰ ਪੋਲਿਊਸ਼ਨ ਕੈਨ ਬੀ ਰਿਡਿਊਸਡ। ਬੜੀ ਸਿੰਪਲ ਜੀ ਗੱਲ ਆ ਜੀ। ਜੇ ਐਵੇਂ ਬੈਂਡ ਚੰਗੇ ਹੋਣ ਤਾਂ ਬੱਚਿਆਂ ਦਾ ਵਰਲਡ ਵਾਈਡ ਰਾਈਟਿੰਗ ਦੇ ਵਿੱਚ ਸਕੋਰ 6.5 ਨਾ ਰਵੇ। ਸੋ 7 ਬੈਂਡ ਲੈਣੇ ਆ ਤਾਂ ਮਿਹਨਤ ਤਾਂ ਕਰਨੀ ਪਊਗੀ ਨਾ ਆਪਾਂ ਨੂੰ। ਓਕੇ, ਚੱਲਦੇ ਆਂ ਜੀ। ਹੁਣ ਇਹ ਕੋਲੋਕੇਸ਼ਨ ਆ, ਮੈਂ ਤੁਹਾਨੂੰ ਦੱਸਦਾ ਨਾ, ਰਾਈਟਿੰਗ 'ਚ 7 ਬੈਂਡ ਵੋਕੈਬਲਰੀ 'ਚ ਲੈਣੇ ਆ ਤੇ ਕੋਲੋਕੇਸ਼ਨ ਯੂਜ਼ ਕਰਨੀ ਆ। ਜੇ ਤੁਸੀਂ 6 ਲੈਣੇ ਆ ਫਿਰ ਜੀ ਕਰ ਲਓ, ਸਿਨੋਨਿਮਸ ਤੁਹਾਡੀ ਮਰਜ਼ੀ ਆ। ਸੋ ਨੈਕਸਟ ਚੱਲਦੇ ਆ, ਰਿਟਰਨ ਟੂ ਸੇਫਰ ਲੈਵਲਸ। ਓਕੇ, ਜਿਹੜਾ 에ਅਰ ਪੋਲਿਊਸ਼ਨ ਆ ਨਾਰਮਲ ਲੈਵਲ ਤੇ ਆ ਜਾਊਗਾ, ਮਤਲਬ ਘਟ ਜਾਊਗਾ। ਓਕੇ, ਹੁਣ ਵਿੱਚ ਲੱਗਾ ਜੀ। ਵਿੱਚ ਦੇ ਨਾਲ ਕਿਹੜਾ ਸੈਂਟੈਂਸ ਬਣਦਾ? ਕੰਪਲੈਕਸ ਬਣਦਾ ਜੀ। ਓਕੇ, ਕੰਪਲੈਕਸ ਬਣਦਾ। ਬਟ ਇਹਦਾ ਯੂਜ਼ ਕੀ ਹੈ? ਐਡੀਸ਼ਨਲ ਇਨਫੋਰਮੇਸ਼ਨ ਨੂੰ ਦੇਣ ਦੇ ਲਈ, ਥੋੜੀ ਜੀ ਇਨਫੋਰਮੇਸ਼ਨ ਐਡ ਆਨ ਕਰਨ ਦੇ ਲਈ। which will be less dangerous for people's health। ਜਦੋਂ ਪ੍ਰਦੂਸ਼ਣ ਘਟ ਜਾਊਗਾ, ਪ੍ਰਦੂਸ਼ਣ ਆਪਣੀ ਸਿਹਤ ਲਈ ਕੀ ਆ? ਹਾਨੀਕਾਰਕ, ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਵਾ। ਓਕੇ ਜੀ, ਬਟ ਆਪਾਂ ਦੱਸਦੇ ਪਏ ਆ ਜਦੋਂ ਲੈਵਲ ਘਟ ਜੂ ਕੀ ਹੋਊਗਾ? which will be less dangerous। ਪ੍ਰਦੂਸ਼ਣ ਘਟੂਗਾ ਤੇ ਆਪਣੀ ਸਿਹਤ ਦੇ ਲਈ ਚੀਜ਼ ਕਿਤੇ ਨਾ ਕਿਤੇ ਖਤਰੇ ਦਾ ਜਿਹੜਾ ਕਾਰਨ ਬਣਦੀ ਆ, ਉਹ ਚੀਜ਼ ਘਟ ਜੂਗੀ। ਸਮਝਦੇ ਪਏ ਹੋ ਮੇਰੀ ਗੱਲ ਨੂੰ? ਓਕੇ, ਹੁਣ ਉੱਪਰ ਵਾਲਾ A ਸਟੂਡੈਂਟ ਤੇ ਨੀਚੇ ਵਾਲਾ B ਸਟੂਡੈਂਟ। ਐਗਜ਼ਾਮੀਨਰ ਸੋਚੂਗਾ ਜ਼ਰੂਰ ਵੀ ਇਹਦੇ 4 ਬੈਂਡ ਆ ਤੇ ਇਹਦੇ 8 ਬੈਂਡ ਆ। ਜੇ 8 ਬੈਂਡ ਆ ਕਿਸੇ ਗੱਲ ਕਰਕੇ ਆ, ਤੁਹਾਡੇ ਸਾਹਮਣੇ ਰੀਜ਼ਨ ਮੈਂ ਨਾਲ ਦੀ ਨਾਲ ਡਿਸਕ੍ਰਾਈਬ ਕਰ ਰਿਹਾ ਜੀ। ਓਕੇ, ਫਰਦਰ ਮੋਰ ਬੱਚਿਆਂ ਦਾ ਫੇਵਰੇਟ ਆ ਵੈਸੇ, ਬਟ ਮੈਂ ਬਹੁਤ ਘੱਟ ਯੂਜ਼ ਕਰਦਾ। ਠੀਕ ਹੈ ਜੀ, ਫਰਦਰ ਮੋਰ ਮਜ਼ਾਕ ਕਰਦੇ ਆ ਜੀ। ਓਕੇ, ਚੱਲਦੇ ਆ। ਫਰਦਰ ਮੋਰ ਐਜ਼ ਅ ਸਟੈਪ ਟੂ ਰਿਡਿਊਸਿੰਗ ਦਾ ਯੂਜ਼ ਆਫ as a step to reducing the use of private vehicle। okay, language ਨੂੰ ਚੈੱਕ ਕਰਨਾ। as a step to reducing, as a step to reducing। ਹਾਂਜੀ, ਸਟੈਪ ਕੀ ਹੁੰਦਾ? ਕਦਮ ਹੁੰਦਾ ਜੀ। ਆਪਾਂ ਕਹਿਣਾ ਹੋਵੇ ਵੀ ਜੇਕਰ ਕਿਸੇ ਚੀਜ਼ ਨੂੰ ਘਟਾਉਣਾ ਤੇ ਆਪਾਂ ਨੂੰ ਚੰਗੇ ਕਦਮ ਚੁੱਕਣੇ ਚਾਹੀਦੇ ਹੈ। ਓਕੇ, ਸੋ ਇੱਥੇ ਦਾ ਮੀਨਿੰਗ ਕੀ ਆ? as a step to reducing the use of private vehicle। ਜੇਕਰ ਆਪਾਂ ਪ੍ਰਾਈਵੇਟ ਵਹੀਕਲ ਦੇ ਯੂਜ਼ ਨੂੰ ਘਟਾਉਣਾ ਵਾ ਤਾਂ ਕਿਹੜਾ ਕਦਮ ਚੱਕਣਾ ਪਊਗਾ? ਦੱਸਦੇ ਹਾਂ ਜੀ ਕਿਹੜਾ ਚੱਕਣਾ ਪਊਗਾ। ਇਹਦਾ ਮਤਲਬ ਕੀ ਹੁੰਦਾ? ਇਸ ਕਰਕੇ ਹੁੰਦਾ
The government ought to encourage the use of public transport. हाँ जी, encourage the use of public transport। ਵਧੀਆ ਲੈਂਗੁਏਜ ਹੈ ਜੀ, academic language। non academic word ਆਪਾਂ यूज नहीं करने, ठीक है जी। ਇਨਫੋਰਮਲ ਵਰਡ ਨਹੀਂ यूज ਕਰਨੇ, ਫਾਰਮਲ ਕਰਨੇ ਆ ਰਾਈਟਿੰਗ ਦੇ ਵਿੱਚ। ਇਹੀ ਤਾਂ ਚੈੱਕ ਕਰਨਾ ਜੀ ਐਗਜ਼ਾਮੀਨਰ ਨੇ। ਅੱਗੇ ਚੱਲਦੇ ਆ। ਜੇਕਰ ਹਾਂਜੀ ਘਟਾਉਣਾ ਵਾ ਯੂਜ਼ ਕਿਹਦਾ, ਪ੍ਰਾਈਵੇਟ ਵਹੀਕਲ ਦਾ, ਤਾਂ ਸਰਕਾਰ ਨੂੰ ਕੀ ਕਰਨਾ ਚਾਹੀਦਾ ਵਾ ਜੀ? ਆਟੋ ਦਾ ਮਤਲਬ ਸੁਜੈਸ਼ਨ ਦੇਣਾ। ਸ਼ੁੱਡ ਦਾ ਕੀ ਆ? ਸਮਾਨਾਰਥਕ ਸ਼ਬਦ ਪੰਜਾਬੀ ਦੇ ਵਿੱਚ। ਐਨਕਰੇਜ ਦਾ ਯੂਜ਼ ਆਫ ਪਬਲਿਕ ਟਰਾਂਸਪੋਰਟ। ਹਾਂਜੀ, ਜਿਹੜਾ ਪਬਲਿਕ ਟਰਾਂਸਪੋਰਟ ਆ ਉਹਨੂੰ ਕੀ ਯੂਜ਼ ਕਰਨ ਦੀ ਨਸੀਹਤ ਦੇਣੀ ਚਾਹੀਦੀ ਆ। ਹਾਂਜੀ, ਲੋਕ ਕਿਉਂ ਫੋਲੋ ਕਰਨਗੇ? ਦੱਸੋ ਕਿਉਂ ਫੋਲੋ ਕਰਨਗੇ? ਦੱਸਦੇ ਹਾਂ ਜੀ। ਬਾਈ ਆਫਰਿੰਗ ਦਾ ਪਬਲਿਕ, ਆਫਰਿੰਗ ਵਰਡ ਆ, ਆਫਰ ਤੋਂ ਬਣਿਆ ਆਫਰਿੰਗ, ਆਫਰਿੰਗ ਦੇ ਨਾਲ ਕੋਲੋਕੇਸ਼ਨ ਬਣਾ ਲੈਨੇ ਆਪਾਂ, ਕੋਈ ਨਹੀਂ, ਬੱਚੇ ਸਾਰੇ ਜਣੇ ਹੁਸ਼ਿਆਰ ਆ। ਬਾਈ ਆਫਰਿੰਗ ਦਾ ਪਬਲਿਕ, ਓਕੇ, ਪਬਲਿਕ ਨੂੰ ਕੀ ਦੇਣਾ ਜੀ? ਆ ਚੀਪਰ ਐਂਡ ਮੋਰ ਰਿਲਾਇਬਲ ਪਬਲਿਕ ਟਰਾਂਸਪੋਰਟੇਸ਼ਨ। ਜੇ ਪਿੰਡ ਦੇ ਵਿੱਚ ਕਹਿਣ ਤੋਂ ਭਾਵ ਕੀ ਆ, ਬੱਸ ਸਸਤੀ ਹੋਊਗੀ ਤੇ ਜੇ ਮੇਰੇ ਕੋਲੇ ਗੱਡੀ ਆ ਉਹ ਮਹਿੰਗੀ ਆ, ਤਾਂ ਕੀ ਹੋਊਗਾ? ਮੈਂ ਬੱਸ ਨੂੰ ਪ੍ਰੈਫਰ ਕਰੂੰਗਾ ਨਾ। ਸੋ ਇਹ ਚੀਜ਼ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਵੀ ਜੇਕਰ ਚੰਗੇ ਬੈਂਡ ਲੈਣੇ ਆ। ਤੁਹਾਡੇ ਸਾਹਮਣੇ ਦੋ ਸਟੂਡੈਂਟ ਸੀ, ਇੱਕ ਏ ਸੀ ਇੱਕ ਬੀ ਸੀਗਾ। ਹੁਣ ਬੀ ਦੇ 8 ਬੈਂਡ ਆਏ ਆ ਕਿਉਂਕਿ ਉਹਨੇ ਸੈਂਟੈਂਸ ਬਣਾਏ ਆ ਵਾਈਡ ਰੇਂਜ ਆਫ ਕੰਪਲੈਕਸ ਸੈਂਟੈਂਸਸ। ਵਾਈਡ ਵਰਡ ਯੂਜ਼ ਕੀਤਾ। ਵਾਈਡ ਤੋਂ ਭਾਵ ਕੀ ਹੁੰਦਾ? ਕੰਪਲੈਕਸ, ਕੰਪਾਊਂਡ, ਇੰਟਰੋਗੇਟਿਵ, ਐਕਟਿਵ, ਪੈਸਿਵ, ਕੰਡੀਸ਼ਨਲ, ਇਹ ਸਾਰੇ ਆ ਜਾਂਦੇ ਆ। ਸੋ ਇਹ ਸਟੂਡੈਂਟ ਨੇ ਸਿੰਪਲ ਸੈਂਟੈਂਸ ਬਣਾਏ ਆ, ਕੋਈ ਗਲਤੀ ਵੀ ਨਹੀਂ ਕੀਤੀ। ਭਾਵੇਂ ਗਲਤੀ ਨਹੀਂ ਕੀਤੀ ਬਟ ਜੀ ਮੈਂ ਆਪਦੇ ਕੋਲੋਂ ਨਹੀਂ ਕਹਿੰਦਾ ਪਿਆ, ਇਹ ਆਈਡੀਪੀ ਕਹਿੰਦੀ ਪਈ ਆ। ਸੋ ਪਲੀਜ਼ ਇਹ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਵਾ ਤੁਸੀਂ ਵੀ ਜੇਕਰ ਚੰਗੇ ਬੈਂਡ ਲੈਣੇ ਆ ਤਾਂ ਬੈਂਡ ਦਾ ਕ੍ਰਾਈਟੇਰੀਆ ਪਤਾ ਹੋਣਾ ਚਾਹੀਦਾ। ਇਹ ਨਹੀਂਗਾ ਵੀ ਕਿਸੇ ਤੇ ਆਪਾਂ ਨਾ ਵਿਸ਼ਵਾਸ ਕਰ ਲੈਣਾ। ਵਿਸ਼ਵਾਸ ਕਰੋ ਬਟ ਕਿਤੇ ਨਾ ਕਿਤੇ ਅਵੇਅਰਨੈਸ ਹੋਣੀ ਜ਼ਰੂਰੀ ਆ। ਸੋ ਮੇਰਾ ਫੋਕਸ ਕੀ ਆ ਵੀ ਤੁਹਾਨੂੰ ਅਵੇਅਰ ਕਰਨਾ। ਹੁਣ ਇੱਕ ਗੱਲ ਨੋਟ ਕਰਨੀ ਆ, ਆਪਾਂ ਵੇਖਣੀ ਆ ਗ੍ਰਾਮਰ ਦੀ ਰੇਂਜ। ਮੈਂ ਵਰਡ ਯੂਜ਼ ਕੀਤਾ ਨਾ ਵਾਈਡ ਰੇਂਜ, ਵਾਈਡ ਰੇਂਜ, ਓਕੇ। ਹੁਣ ਪਹਿਲੇ ਨੰਬਰ ਤੇ ਮੈਂ ਲਿਖਣ ਲੱਗਾ, ਪਹਿਲਾ ਨੰਬਰ ਉਹਨਾਂ ਨੇ ਯੂਜ਼ ਕੀਤਾ ਸਿੰਪਲੀ ਬਿਕੋਜ਼। ਇਹਦੇ ਨਾਲ ਸੈਂਟੈਂਸ ਬਣਾਇਆ ਹੋਇਆ। ਉੱਪਰ ਵਾਲੇ ਨੇ ਕਿਤੇ ਲਿਖਿਆ ਸਿੰਪਲੀ ਬਿਕੋਜ਼? ਨਹੀਂ ਲਿਖਿਆ, ਓਕੇ। ਭਾਵੇਂ ਕਿ ਉਹਨੇ ਬਿਕੋਜ਼ ਯੂਜ਼ ਕੀਤਾ ਵਾ ਬਟ ਫਿਰ ਵੀ ਜਿਹੜੇ ਉਹਦੇ ਸਬਆਰਡੀਨੇਟ ਕਲਾਉਜ਼ ਆ ਉਹ ਕਿੰਨੇ ਕੁ ਦਿਖਦੇ ਪਏ ਆ? ਬਹੁਤ ਘੱਟ। ਰੇਅਰਲੀ ਵਰਡ ਮੈਂ ਡਿਸਕ੍ਰਿਪਟਰ ਦੇ ਵਿੱਚ ਯੂਜ਼ ਕੀਤਾ। ਰੇਅਰਲੀ ਤੋਂ ਭਾਵ ਇੱਕ ਜਗ੍ਹਾ ਤੇ ਮੈਨੂੰ ਬਿਕੋਜ਼ ਦਿਸ ਪਿਆ, ਬਾਕੀ ਕਿਤੇ ਤਾਂ ਮੈਨੂੰ ਕੁਝ ਦਿਸਿਆ ਹੀ ਨਹੀਂ। ਵੇਖ ਸਕਦੇ ਆ, ਲਿਖਿਆ ਤੁਹਾਡੇ ਸਾਹਮਣੇ। ਚੱਲਦੇ ਆ ਅੱਗੇ। ਸਿੰਪਲੀ ਬਿਕੋਜ਼ ਇੱਕ ਨੰਬਰ ਤੇ, ਇਹਨੂੰ ਕੀ ਕਹਿੰਦੇ ਆ? ਸਬਆਰਡੀਨੇਟ ਕਲਾਉਜ਼। ਚੈੱਕ ਕਰਿਆ ਜੇ ਮਾੜਾ ਜੇ ਹੁੰਦਾ ਕੀ ਆ, ਓਕੇ। ਅੱਗੇ ਚੱਲਦੇ ਆ। ਦੂਜੇ ਨੰਬਰ ਤੇ ਕੀ ਆ? ਐਜ਼। ਐਜ਼ ਦੇ ਨਾਲ ਸੈਂਟੈਂਸ ਬਣਾਇਆ, ਇਹ ਕੀ ਬਣੂਗਾ? ਕੰਪਲੈਕਸ ਬਣੂਗਾ ਜੀ। ਫਿਰ ਚੱਲਦੇ ਆ। ਤੀਜੇ ਨੰਬਰ ਤੇ ਕੀ ਆ? ਵਿਦ ਦੇ ਨਾਲ ਕਲੌਜ਼ ਲਾਇਆ। ਕਿਹੜਾ ਲਾਇਆ? ਪ੍ਰੈਪੋਜੀਸ਼ਨਲ ਕਲੌਜ਼ ਲਾਇਆ, ਓਕੇ। ਬਹੁਤ ਵਧੀਆ ਗੱਲ ਹੈ ਜੀ। ਫਿਰ ਆਪਾਂ ਚੱਲਦੇ ਆ ਨੈਕਸਟ ਕੀ ਆ? ਕੁਝ ਭੁੱਲ ਤਾਂ ਨਹੀਂ ਗਿਆ? ਨਹੀਂ ਨਹੀਂ ਭੁੱਲ ਗਿਆ। ਆ ਵੇਖੋ 4 ਨੰਬਰ ਤੇ ਕੀ ਲਾਇਆ? ਬਾਏ। 4 ਨੰਬਰ ਤੇ ਕੀ ਲਾਇਆ? ਬਾਏ ਲਾਇਆ, ਓਕੇ। ਵਾਹ, ਵੀ ਜਿਹੜੀ ਗ੍ਰਾਮਰ ਆ ਕਿਤੇ ਨਾ ਕਿਤੇ ਚੰਗੀ ਆ। 4, 4 ਤੋਂ ਬਾਅਦ 5, 5 ਦੇ ਉੱਤੇ ਕੀ ਆਇਆ? ਲਾਇਆ ਵਾ ਜੀ ਤੁਹਾਡੇ ਸਾਹਮਣੇ ਆ, ਵਿੱਚ ਲਾਇਆ, ਵਿੱਚ ਲਾਇਆ, ਓਕੇ। ਵੇਖ ਲੈਂਦੇ ਆ ਸ਼ਾਇਦ ਹੋਰ ਵੀ ਕੁਝ ਲਾਇਆ ਹੋਵੇ। ਲਾਇਆ ਵਾ, ਰੁਕੋ, ਕੀ ਲਾਇਆ? ਐਜ਼ ਅ ਸਟੈਪ ਤੁਹਾਡੇ ਸਾਹਮਣੇ ਆ, ਐਜ਼ ਅ ਸਟੈਪ ਲਾਇਆ, ਠੀਕ ਹੈ ਜੀ। 6 ਹੋ ਗਿਆ, 6 ਚੈੱਕ ਕਰ ਲਈ ਕਿਤੇ ਕੁਝ ਰਹਿ ਤਾਂ ਨਹੀਂ ਗਿਆ? ਕੁਝ ਰਹਿ ਗਿਆ? ਮੇਰੇ ਹਿਸਾਬ ਨਾਲ ਡਨ ਹੋ ਗਿਆ। ਸੋ ਆਈ ਹੋਪ ਵੀ ਮੇਰਾ ਲੈਕਚਰ ਤੁਹਾਨੂੰ ਪਸੰਦ ਆਇਆ ਹੋਊਗਾ। ਤੁਸੀਂ ਸ਼ਾਇਦ ਕੁਝ ਮੇਰੇ ਤੋਂ ਨਵਾਂ ਸਿੱਖਿਆ ਹੋਵੇ। ਸੋ ਮੈਂ ਇਹੀ ਆਸ ਕਰਦਾ ਪਰਮਾਤਮਾ ਅੱਗੇ ਵੀ ਤੁਹਾਡੇ ਸਾਰਿਆਂ ਦੇ ਚੰਗੇ ਬੈਂਡ ਆਉਣ। ਤੇ ਜੇਕਰ ਤੁਹਾਨੂੰ ਕਿਸੇ ਵੀ ਮੋਡਿਊਲ ਦੇ ਵਿੱਚ ਪ੍ਰੋਬਲਮ ਆ, ਖਾਸ ਕਰਕੇ ਰਾਈਟਿੰਗ ਦੇ ਵਿੱਚ, ਜੇ ਹੈਗਾ ਮਾਈਂਡ ਦੇ ਵਿੱਚ ਵੀ 7 ਬੈਂਡ ਲੈਣੇ ਆ, ਤਾਂ ਕਿਰਪਾ ਕਰਕੇ ਮੇਰੇ ਨਾਲ ਅਪਰੋਚ ਕੀਤੀ ਜਾਵੇ ਤੇ ਤੁਹਾਡੀ ਸਹਾਇਤਾ ਕੀਤੀ ਜਾਊਗੀ ਪੂਰੀ ਵਰਨੀ ਸਟੱਡੀ ਸਰਕਲ ਵੱਲੋਂ।